क्योंकि एक तो पानी का जिहड़ा पद्धर है असीं देख रहे हैं कि दिनों दिन पंजाब दा थल्ले जा रहा, जिहदे विच मक्की जिहड़ी एक सहायक फसल हो सकती है, जिहड़ी साडी साउणी दी फसल है, जिहदे च मक्की अगर किसान बीजते हैं तो झोने का एक यही अल्टरनेट है, जिहदे च किसानां नूं जिहड़ा अगे आने वाले समय च फायदा भी होऊगा। बेसिकली आमदन जिहड़ी असीं वधाणी है वो खर्चे घटा के करनी है, तो मक्की दे विच जिहड़े अगर खर्चे घटाने असीं कुछ जिहड़ियां तकनीकां ने उन्हां नूं अपनाने नाल दी नाल जे असीं पानी की बचत करते हैं, जे बैडां दे उत्ते मक्की बीजते हैं तो उहदे नाल साडी पानी की भी बचत हुंदी है। सर तुहानूं की लगदा किसानां नूं इस चीज़ का फायदा होएगा? हाँ जी जरूर होगा। अज का समा यही है, कंपीटिशन का जमाना है। जिमें कि असीं देख रहे हैं कि ਜਿਹੜੇ ਜਿਹੜੇ किसान मतलब कई किसान ने ਇਹੋ ਜਿਹੇ ਅਸੀਂ देख रहे हैं कि किसान ਬੀਬੀਆਂ भी ਜਿਹੜੀਆਂ ਅੱਗੇ ਆ ਰਹੀਆਂ ਨੇ, ਆਰਗੈਨਿਕ ਫਾਰਮਿੰਗ ਕਰਦੀਆਂ ਨੇ, ਨਾਲ ਉਹ ਆਪਣੇ ਸਹਾਇਕ ਧੰਦੇ ਲੈ ਰਹੇ ਨੇ, ਜਿਵੇਂ ਕਿ ਕੋਈ ਬੀ ਕੀਪਿੰਗ ਦਾ ਕੰਮ ਕਰ ਰਿਹਾ, ਕੋਈ ਡੇਅਰੀ ਹੈ, ਬੱਕਰੀ ਪਾਲਣ ਹੈ। ਦੱਸੋ ਕਿ ਜਿਹੜੀ ਤੁਸੀਂ ਇਹ ਪਬਲੀਕੇਸ਼ਨਸ ਵਗੈਰਾ ਨੇ ਤੇ ਜਿਹੜੀ ਤੁਸੀਂ ਅੱਜ ਬੁੱਕਸ ਬਾਰੇ ਕਿਸਾਨਾਂ ਨੂੰ ਦੱਸਿਆ, ਇਹਦਾ ਕਿਸਾਨਾਂ ਨੂੰ ਕਿੱਦਾਂ ਫਾਇਦਾ ਹੈ ਤੇ ਉਹ ਕਿੱਦਾਂ ਇਹਦਾ ਲਾਭ ਚੱਕ ਸਕਦੇ ਨੇ? ਹੁਣ ਇਹਦੇ ਵਿੱਚ ਇਹ ਜਿਹੜੀ ਮੈਗਜ਼ੀਨ ਹੈਗੀ ਹੈ, ਇਟ ਇਜ਼ ਲਾਈਕ ਜਿਵੇਂ ਆਪਾਂ ਕਹਿੰਦੇ ਕਿ ਕਿਸਾਨਾਂ ਵਾਸਤੇ ਇਹ ਇੱਕ ਗ੍ਰੰਥ ਹੈ, ਕਿਉਂਕਿ ਇਸ ਦੇ ਵਿੱਚ ਜਿੰਨੇ ਵੀ ਖੇਤੀ ਰੁਝੇਵੇਂ ਹੈ ਅਗਲੇ ਮਹੀਨੇ ਦੇ, ਆਉਣ ਵਾਲੇ ਮਹੀਨੇ ਦੇ, ਨੈਕਸਟ ਮੰਥ ਦੇ, ਉਹ ਸਾਰੇ ਇਸ ਵਿੱਚ ਡਿਟੇਲ 'ਚ ਦਿੱਤੇ ਕਿ ਇੱਥੇ ਤੱਕ ਚੱਲ ਕੇ ਫਾਰਮਰਸ ਤੱਕ ਆਉਂਦੇ ਹਾਂ। ਸਾਡੀ ਇਹ ਵਾਪਸ ਅਸੀਂ ਚਾਹੁੰਦੇ ਹਾਂ ਕਿ ਸਾਡੀ ਗੱਲ ਮੰਨ ਕੇ ਸਾਡੇ ਨਾਲ ਫਾਰਮਰਸ ਜੁੜਨ, ਤਾਂ ਜੋ ਲਾਹੇਵੰਦ ਖੇਤੀ ਹੋਵੇ ਤੇ ਪੀਯੂ ਤੇ ਫਾਰਮਰਸ ਦੋਨੋਂ ਇਕੱਠੇ ਮਿਲ ਕੇ ਚੱਲਣ ਤੇ ਤਰੱਕੀ ਵੱਲ ਵਧਣ। ਇਹਨਾਂ ਨੂੰ ਸਭ ਤੋਂ ਵੱਡੀ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜੇ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਐਪਸ ਜਾਰੀ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਮੇਘਦੂਤ ਐਪ ਹੈ, ਮੌਸਮ ਐਪ ਹੈ, ਦਾਮਨੀ ਐਪ ਹੈ ਜਾਂ ਪੀਏਯੂ ਦੀ ਕਿਸਾਨ ਐਪ ਹੈ, ਉਹਦੇ ਵਿੱਚ ਉਹ ਕਿਸ ਤਰ੍ਹਾਂ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਆ। ਸੋ ਬੜਾ ਅੱਛਾ ਰਿਸਪੌਂਸ ਸਾਨੂੰ ਕਿਸਾਨਾਂ ਦਾ ਮਿਲਿਆ। ਸਰ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਜੋ ਤੁਹਾਨੂੰ ਅੱਜ ਮੈਡਮ ਤੇ ਸਰ ਨੇ ਦੱਸਿਆ? ਹਾਂਜੀ, ਜਿਹੜਾ ਅੱਜ ਦਾ ਕੈਂਪ ਲੱਗੇ ਬਹੁਤ ਵਧੀਆ। ਸਾਨੂੰ ਮੱਕੀ ਦੇ ਬਾਰੇ, ਸੁੰਡੀ ਬਾਰੇ ਇਹਨਾਂ ਮੈਡਮ ਜੀ ਨੇ ਦੱਸਿਆ ਬਹੁਤ ਵਧੀਆ ਵਿਸਤਾਰ ਨਾਲ। ਪਹਿਲਾਂ ਸ਼ੁਰੂ ਤੋਂ ਲੈ ਕੇ ਜਦੋਂ ਆਂਡੇ ਦਿੰਦੀ ਆ ਸੁੰਡੀ, ਉਦੋਂ ਤੋਂ ਲੈ ਕੇ ਕੰਟਰੋਲ ਕਰੋਗੇ ਤਾਂ ਤੁਹਾਡਾ ਖਰਚਾ ਘੱਟ ਆਊਗਾ ਤੇ ਤੁਹਾਡੀ ਫਸਲ ਵੀ ਵਧੀਆ ਰਹੂਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਲੁਧਿਆਣਾ ਟਾਈਮਸ ਮੈਂ ਸ਼ਪ੍ਰੀਤ ਕੌਰ। ਅੱਜ ਆਪਾਂ ਇੱਥੇ ਪਹੁੰਚੇ ਹਾਂ ਬਿੱਲੋਂ ਪਿੰਡ ਵਿੱਚ, ਜੋ ਕਿ ਜਿੱਥੇ ਪੀਏਯੂ ਵੱਲੋਂ ਖੇਤੀ ਦਿਵਸ ਜੋ ਕਿ ਮੇਜ਼ ਕ੍ਰੌਪ ਦੇ ਰਿਲੇਟਡ ਜਿਹੜਾ ਹੈ ਫਾਰਮਰਸ ਨੂੰ ਐਜੂਕੇਟ ਕਰਨ ਲਈ, ਉਹਨਾਂ ਨੂੰ ਇਨਫੋਰਮੇਸ਼ਨ ਦੇਣ ਲਈ, ਜੋ ਕਿ ਸਾਇੰਟਿਸਟ ਵੀ ਇੱਥੇ ਪਹੁੰਚੇ ਨੇ, ਡਾਕਟਰਸ ਵੀ ਪਹੁੰਚੇ ਨੇ ਤੇ ਐਕਸਟੈਂਸ਼ਨ ਸਾਇੰਟਿਸਟ ਜਿਹੜੇ ਨੇ ਉਹ ਵੀ ਇੱਥੇ ਪਹੁੰਚੇ ਨੇ, ਤੇ ਨਾਲ ਹੀ ਮੌਸਮ ਵਿਭਾਗ ਦੀ ਵੀ ਜਿਹੜੀ ਕਿਸਾਨਾਂ ਨੂੰ ਹੈ ਜਾਣਕਾਰੀ ਦਿੱਤੀ ਜਾਏਗੀ। ਤੇ ਇਸ ਦੇ ਨਾਲ ਹੀ ਅੱਜ ਆਪਾਂ ਗੱਲਬਾਤ ਕਰਾਂਗੇ ਇੱਥੇ ਮੌਜੂਦ ਕਿਸਾਨਾਂ ਨਾਲ ਕਿ ਉਹਨਾਂ ਨੂੰ ਜਿਹੜੀ ਇਹ ਸੈਮੀਨਾਰ ਹੋਣ ਲਈ ਉਹਨਾਂ ਲਈ ਕਿੱਦਾਂ ਇਹ ਯੂਸਫੁਲ ਹੈ ਤੇ ਉਹਨਾਂ ਨੂੰ ਕਿੰਨਾ ਕੁਝ ਸਿੱਖਣ ਨੂੰ ਮਿਲਿਆ ਇੱਥੇ। इस मौके पर साडे नाल मौजूद ने डॉक्टर अमित कौल, जो कि एक्सटेंशन साइंटिस्ट एग्रोनॉमी दे ने, ते हुण आपां इन्हां नाल गलबात करांगे कि जो अज इन्हां ने किसानां नाल गल्लां बातां शेयर कीतियां ने उस दा किसानां नूं किद्दां फायदा है। ਤੇ ਸਰ ਤੁਸੀਂ ਸਾਨੂੰ ਦੱਸੋ ਕਿ ਪਹਿਲਾਂ ਬੇਸਿਕ ਤੁਹਾਡਾ ਮੋਟਿਵ ਕੀ ਸੀ ਅੱਜ ਇਹ ਜਿਹੜਾ ਕਿਸਾਨਾਂ ਲਈ ਇੱਕ ਛੋਟਾ ਜਿਹਾ ਸੈਮੀਨਾਰ ਕਰਨ ਦਾ, ਕਿ ਕਿੱਦਾਂ ਇਹਨਾਂ ਨੂੰ ਇਹ ਚੀਜ਼ ਦਾ ਫਾਇਦਾ ਹੋ ਸਕਦਾ? ਹਾਂਜੀ, ਜਿਵੇਂ ਅੱਜ ਦਾ ਇਹ ਇੱਕ ਖੇਤ ਦਿਵਸ ਹੈ, ਮੱਕੀ ਦੇ ਉੱਤੇ ਖੇਤ ਦਿਵਸ ਲਗਾਇਆ ਜਾ ਰਿਹਾ, ਜਿਹਦੇ ਵਿੱਚ ਕੀ ਹੈ ਕਿ ਕਣਕ ਝੋਨਾ ਜਿਹੜਾ ਇੱਕ ਰਵਾਇਤੀ ਫਸਲੀ ਚੱਕਰ ਹੈ ਸਾਡਾ ਚੱਲ ਰਿਹਾ, ਉਹਦੇ ਤੋਂ ਹਟ ਕੇ ਅਸੀਂ ਫਸਲੀ ਵਿਭਿੰਨਤਾ ਦੇ ਵਿੱਚ ਮੱਕੀ ਜਿਹੜੀ ਹੈ ਉਹ ਕਿਸਾਨਾਂ ਨੂੰ ਜਿਹੜੀ ਉਹ ਬੀਜਣੀ ਚਾਹੀਦੀ ਹੈ। ਕਿਉਂਕਿ ਇੱਕ ਤਾਂ ਪਾਣੀ ਦਾ ਜਿਹੜਾ ਪੱਧਰ ਹੈ ਅਸੀਂ ਦੇਖ ਰਹੇ ਹਾਂ ਕਿ ਦਿਨੋਂ ਦਿਨ ਪੰਜਾਬ ਦਾ ਥੱਲੇ ਜਾ ਰਿਹਾ, ਜਿਹਦੇ ਵਿੱਚ ਮੱਕੀ ਜਿਹੜੀ ਇੱਕ ਸਹਾਇਕ ਫਸਲ ਹੋ ਸਕਦੀ ਹੈ, ਜਿਹੜੀ ਸਾਡੀ ਸਾਉਣੀ ਦੀ ਫਸਲ ਹੈ, ਜਿਹਦੇ 'ਚ ਮੱਕੀ ਅਗਰ ਕਿਸਾਨ ਬੀਜਦੇ ਨੇ ਤੇ ਝੋਨੇ ਦਾ ਇੱਕ ਇਹੀ ਅਲਟਰਨੇਟ ਹੈ, ਜਿਹਦੇ 'ਚ ਕਿਸਾਨਾਂ ਨੂੰ ਜਿਹੜਾ ਅੱਗੇ ਆਉਣ ਵਾਲੇ ਸਮੇਂ 'ਚ ਫਾਇਦਾ ਵੀ ਹੋਊਗਾ। ਤੇ ਅੱਜ ਦਾ ਸਾਡਾ ਇਹੀ ਮੋਟਿਵ ਸੀਗਾ ਕਿ ਜਿੱਦਾਂ ਕਿਸਾਨਾਂ ਨੂੰ PMH 13 ਵੈਰਾਈਟੀ ਹੈ PAU ਦੀ, ਲੁਧਿਆਣਾ ਐਗਰੀਕਲਚਰ ਯੂਨੀਵਰਸਿਟੀ ਦੀ, ਉਹ ਇੱਥੇ ਕਿਸਾਨਾਂ ਨੇ ਜਿਹੜੇ ਆਪਣੇ ਇਸ ਪਿੰਡ ਦੇ ਨੇ ਉਹਨਾਂ ਨੇ ਬੀਜੀ ਹੋਈ ਹੈ। ਤੇ ਇਹਦੇ ਉੱਤੇ ਆ ਜਿਹੜਾ ਖੇਤ ਦਿਵਸ ਸੀ, ਇਹਦੇ 'ਚ ਕਿਸਾਨਾਂ ਨੂੰ ਜਿਹੜੀਆਂ ਆਉਣ ਵਾਲੀਆਂ ਕੁਝ ਮੁਸ਼ਕਲਾਂ ਆਈਆਂ ਨੇ, ਕੀ ਉਹਨਾਂ ਨੂੰ ਨਦੀਨ ਨਾਸ਼ਕਾਂ ਦੀ ਕੀ ਲੋੜ ਪਈ ਹੈ, ਜਾਂ ਉਹਨਾਂ ਨੂੰ ਨਹੀਂ ਅਗਰ ਘਾਹ ਕੰਟਰੋਲ ਹੋਇਆ, ਉਹਦੇ ਬਾਰੇ ਅੱਜ ਜਾਣਕਾਰੀ ਦਿੱਤੀ ਸੀਗੀ। ਪਹਿਲਾਂ ਵੀ ਸਮੇਂ-ਸਮੇਂ ਸਿਰ ਇਹਨਾਂ ਨੂੰ ਜਿਹੜਾ ਜਾਗਰੂਕ ਕੀਤਾ ਜਾਂਦਾ ਸੀਗਾ ਕਿਸਾਨਾਂ ਨੂੰ। ਅੱਜ ਉਹਨਾਂ ਕੋਲੋਂ ਇਹੀ ਪੁੱਛਿਆ ਗਿਆ ਕਿ ਉਹਨਾਂ ਨੂੰ ਇਹਦੇ ਵਿੱਚ ਕਿਵੇਂ ਲੱਗ ਰਿਹਾ, ਅਗਰ ਉਹ ਝੋਨੇ ਨੂੰ ਹਟ ਕੇ ਅਗਰ ਮੱਕੀ ਬੀਜ ਰਹੇ ਨੇ ਤੇ ਉਹਨਾਂ ਨੂੰ ਕਿਸ ਤਰ੍ਹਾਂ ਦਾ ਹੁਣ ਲੱਗ ਰਿਹਾ ਤੇ ਉਹਨਾਂ ਨੂੰ ਕੀ ਅੱਗੇ ਫਾਇਦਾ ਦਿਖ ਰਿਹਾ। ਤੇ ਕਿਸਾਨਾਂ ਦਾ ਰਿਸਪੌਂਸ ਚੰਗਾ। ਤੇ ਮੱਕੀ ਦੇ ਵਿੱਚ ਜਿਵੇਂ ਕਿ ਹੁਣ ਨਦੀਨ ਹੋ ਜਾਂਦੇ ਨੇ, ਨਦੀਨਾਂ ਦੇ ਬਾਰੇ ਨਵੇਂ ਨਦੀਨ ਨਾਸ਼ਕ ਸੀਗੇ, ਕਿਸਾਨਾਂ ਨੂੰ ਉਹਦੇ ਬਾਰੇ ਦੱਸਿਆ। ਹੁਣ ਕੁਝ ਨਦੀਨ ਨਾਸ਼ਕ ਜੇ ਮਹਿੰਗੇ ਹੈਗੇ ਨੇ,
ਉਹਦਾ ਅਲਟਰਨੇਟ ਦੱਸਿਆ ਗਿਆ ਕਿਸਾਨਾਂ ਨੂੰ ਕਿ ਉਹ ਜਿਹੜਾ ਟਿਲਰ ਮਾਰ ਕੇ ਜਦੋਂ ਮਹੀਨੇ ਦੀ ਫਸਲ ਹੋ ਜਾਂਦੀ ਆ ਉਹਦੇ ਵਿੱਚ ਜਿਹੜਾ ਉਹ ਤੀਸਰਾ ਹਿੱਸਾ ਹੀ ਜਿਹੜੀ ਲੋਡਿਸ ਦਵਾਈ ਹੈ ਜਿਵੇਂ ਉਹ ਅਗਰ ਉਹ ਸਪਰੇਅ ਕਰਦੇ ਆ ਤੇ ਉਹਦੇ ਨਾਲ ਉਹਦਾ ਖਰਚਾ ਘਟਦਾ। ਬੇਸਿਕਲੀ ਆਮਦਨ ਜਿਹੜੀ ਅਸੀਂ ਵਧਾਣੀ ਆ ਉਹ ਖਰਚੇ ਘਟਾ ਕੇ ਕਰਨੀ ਆ ਤੇ ਮੱਕੀ ਦੇ ਵਿੱਚ ਜਿਹੜੇ ਆ ਅਗਰ ਖਰਚੇ ਘਟਾਉਂਦੇ ਆ ਅਸੀਂ ਕੁਛ ਜਿਹੜੀਆਂ ਤਕਨੀਕਾਂ ਨੇ ਉਹਨਾਂ ਨੂੰ ਅਪਣਾਉਂਦੇ ਆ। ਨਾਲ ਦੀ ਨਾਲ ਜੇ ਅਸੀਂ ਪਾਣੀ ਦੀ ਬਚਤ ਕਰਦੇ ਆ, ਜੇ ਬੈੱਡਾਂ ਦੇ ਉੱਤੇ ਮੱਕੀ ਬੀਜਦੇ ਆ ਤੇ ਉਹਦੇ ਨਾਲ ਸਾਡੀ ਪਾਣੀ ਦੀ ਵੀ ਬਚਤ ਹੁੰਦੀ ਆ, ਜਿਹੜਾ ਅੱਜ ਕੱਲ੍ਹ ਦਾ ਇੱਕ ਸਾਡਾ ਬਰਨਿੰਗ ਇਸ਼ੂ ਹੈ। ਤੇ ਮੱਕੀ ਦਾ ਜਿਹੜਾ ਉਹ ਝਾੜ ਵੀ ਚੰਗਾ ਲੈ ਸਕਦੇ ਆ। ਤੇ ਅੱਗੇ ਕਿਸਾਨਾਂ ਨੂੰ ਇਹ ਵੀ ਦੱਸਿਆ ਗਿਆ ਕਿ ਜੇ ਉਹ ਮੱਕੀ ਦਾ ਆਟਾ ਜਾਂ ਮੱਕੀ ਦੀ ਪ੍ਰੋਸੈਸਿੰਗ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਹੋਰ ਜ਼ਿਆਦਾ ਫਾਇਦਾ ਹੋ ਸਕਦਾ। ਅਗਰ ਉਹ ਆਰਗੈਨਿਕ ਵਾਲੇ ਪਾਸੇ ਜਾਂਦੇ ਨੇ ਕਿਸਾਨ ਤੇ ਉਹਨਾਂ ਨੂੰ ਵੱਧ ਤੋਂ ਵੱਧ ਫਾਇਦਾ ਹੋਊਗਾ। ਇਸ ਜਿਹੜੀ ਸਕੀਮ ਹੈ ਇਹਦਾ ਹੋਰ ਲਾਹਾ ਲੈ ਸਕਦੇ ਨੇ ਉਹ। ਪਰ ਸਰ ਜਿਵੇਂ ਆਰਗੈਨਿਕ ਦਾ ਤੁਸੀਂ ਦੱਸਿਆ ਕਿ ਪਰ ਕਿਸਾਨਾਂ ਨੂੰ ਤਾਂ ਆਰਗੈਨਿਕ ਬਾਰੇ ਇੰਨੀ ਨੌਲੇਜ ਨਹੀਂ ਹੁੰਦੀ, ਉਹਦਾ ਤੁਸੀਂ ਕੀ ਹੱਲ ਦੱਸੋਗੇ ਕਿਸਾਨਾਂ ਨੂੰ? ਅੱਜ ਕੱਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਜਿਹੜਾ ਸਕੂਲ ਆਫ ਆਰਗੈਨਿਕ ਫਾਰਮਿੰਗ ਹੈ ਇੱਕ, ਤੇ ਉਹਦੇ ਵਿੱਚ ਸਾਡੇ ਕੋਲੇ ਸਾਇੰਟਿਸਟ ਨੇ, ਪ੍ਰੋਪਰ ਰਿਸਰਚ ਹੁੰਦੀ ਹੈ ਉਹਦੇ ਉੱਤੇ, ਤੇ PAU ਵੱਲੋਂ ਪਬਲੀਕੇਸ਼ਨ ਵੀ ਹੈ ਆਰਗੈਨਿਕ ਫਾਰਮਿੰਗ ਦੇ ਉੱਤੇ, ਅਲੱਗ-ਅਲੱਗ ਫਸਲਾਂ ਦੇ ਉੱਤੇ ਜਿਹੜੀ ਸਾਡੀ ਪੈਕੇਜ ਆਫ ਪ੍ਰੈਕਟਿਸ ਹੈ ਉਹਦੇ ਵਿੱਚ ਵੀ ਆਰਗੈਨਿਕ ਫਾਰਮਿੰਗ ਦੇ ਬਾਰੇ ਜਿਹੜਾ ਉਹ ਦੱਸਿਆ ਗਿਆ। ਕਿਸਾਨ ਉਹਨੂੰ ਪੜ੍ਹ ਕੇ ਵੀ ਅਸੀਂ ਸਮੇਂ-ਸਮੇਂ ਸਿਰ ਕਿਸਾਨਾਂ ਨੂੰ ਜਾਗਰੂਕ ਕਰਦੇ ਹਾਂ ਕਿ ਜਿਹੜੇ ਕਿਸਾਨ ਆਰਗੈਨਿਕ ਫਾਰਮਿੰਗ ਵੱਲ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਨਵੀਆਂ ਜਿਹੜੀਆਂ ਫਸਲਾਂ ਨੇ ਜਾਂ ਨਵੀਆਂ ਤਕਨੀਕਾਂ ਨੇ ਉਹਨਾਂ ਬਾਰੇ ਜਾਣੂ ਕਰਾਇਆ ਜਾਂਦਾ ਸਮੇਂ-ਸਮੇਂ ਦੇ ਉੱਤੇ। ਤੇ ਸਰ ਤੁਹਾਨੂੰ ਕੀ ਲੱਗਦਾ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ? ਹਾਂਜੀ ਜ਼ਰੂਰ ਹੋਊਗਾ। ਅੱਜ ਦਾ ਸਮਾਂ ਇਹੀ ਹੈ, ਕੰਪੀਟੀਸ਼ਨ ਦਾ ਜ਼ਮਾਨਾ ਹੈ। ਜਿਵੇਂ ਕਿ ਅਸੀਂ ਦੇਖ ਰਹੇ ਹਾਂ ਕਿ ਜਿਹੜੇ ਕਿਸਾਨ ਮਤਲਬ ਕਈ ਕਿਸਾਨ ਨੇ ਇਹੋ ਜਿਹੇ ਅਸੀਂ ਦੇਖ ਰਹੇ ਹਾਂ ਕਿ ਕਿਸਾਨ ਬੀਬੀਆਂ ਵੀ ਜਿਹੜੀਆਂ ਅੱਗੇ ਆ ਰਹੀਆਂ ਨੇ, ਆਰਗੈਨਿਕ ਫਾਰਮਿੰਗ ਕਰਦੀਆਂ ਨੇ, ਨਾਲ ਉਹ ਆਪਣੇ ਸਹਾਇਕ ਧੰਦੇ ਲੈ ਰਹੇ ਨੇ। ਜਿਵੇਂ ਕਿ ਕੋਈ ਬੀ ਕੀਪਿੰਗ ਦਾ ਕੰਮ ਕਰ ਰਿਹਾ, ਕੋਈ ਡੇਅਰੀ ਹੈ, ਬੱਕਰੀ ਪਾਲਣ ਹੈ। ਜੇ ਉਹ ਇਹਨਾਂ ਧੰਦਿਆਂ ਨੂੰ ਅਪਣਾਉਂਦੇ ਆ ਤੇ ਉਹਦੇ ਨਾਲ ਜਿਹੜਾ ਹੁਣ ਆਪਣਾ ਯੂਥ ਆ ਬਾਹਰ ਜਾ ਰਿਹਾ, ਤੇ ਜੇ ਉਹ ਯੂਥ ਸਹਾਇਕ ਧੰਦੇ ਅਪਣਾਉਂਦਾ ਹੈ ਖੇਤੀ ਦੇ ਨਾਲ ਤੇ ਉਹ ਵੱਧ ਤੋਂ ਵੱਧ ਲਾਹਾ ਲੈ ਸਕਦੇ ਆ। ਸਕੀਮਾਂ ਬਹੁਤ ਨੇ ਜਿਹੜੀਆਂ ਪੰਜਾਬ ਸਰਕਾਰ ਵੱਲੋਂ, ਉਹ ਸਕੀਮਾਂ ਦਾ ਉਹ ਫਾਇਦਾ ਲੈ ਸਕਦੇ, ਸਬਸਿਡੀਜ਼ ਦੇ ਉੱਤੇ ਉਹ ਸਾਰੇ ਕੰਮ ਸ਼ੁਰੂ ਕਰ ਸਕਦੇ ਨੇ, ਜਿਹਦੇ ਵਿੱਚ ਉਹਨਾਂ ਨੂੰ ਬਹੁਤ ਫਾਇਦਾ ਹੋਊਗਾ ਆਉਣ ਵਾਲੇ ਸਮੇਂ ਦੇ ਵਿੱਚ। ਨਾਲ ਹੀ ਸਾਡੇ ਵਿੱਚ ਮੌਜੂਦ ਨੇ ਗੁਲਨੀਤ ਚਹਿਲ ਮੈਮ ਜੋ ਕਿ ਅਸਿਸਟੈਂਟ ਆਫ ਪਬਲੀਕੇਸ਼ਨਸ ਨੇ, ਤੇ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਕਿ ਜਿਹੜੀ ਅੱਜ ਉਹਨਾਂ ਨੇ ਇੱਥੇ ਕਿਸਾਨਾਂ ਲਈ ਜਿਹੜੀ ਇਹ ਪਬਲੀਕੇਸ਼ਨਸ ਉਹਨਾਂ ਨੇ ਕਰਵਾਈਆਂ ਨੇ ਕਿ ਉਹਨਾਂ ਲਈ ਜਿਹੜੀ ਬੁੱਕਸ ਨੇ ਉਹਨਾਂ ਦਾ ਕਿਸਾਨਾਂ ਨੂੰ ਕਿੱਦਾਂ ਫਾਇਦਾ ਹੈ, ਤੇ ਆਪਾਂ ਮੈਮ ਨਾਲ ਥੋੜੀ ਬਹੁਤੀ ਗੱਲਬਾਤ ਕਰਾਂਗੇ ਇਸ ਦੇ ਰਿਲੇਟਡ। ਮੈਮ ਤੁਸੀਂ ਸਾਨੂੰ ਦੱਸੋ ਕਿ ਜਿਹੜੀ ਤੁਸੀਂ ਇਹ ਪਬਲੀਕੇਸ਼ਨਸ ਵਗੈਰਾ ਨੇ ਤੇ ਜਿਹੜੀ ਤੁਸੀਂ ਅੱਜ ਬੁੱਕਸ ਬਾਰੇ ਕਿਸਾਨਾਂ ਨੂੰ ਦੱਸਿਆ, ਇਹਦਾ ਕਿਸਾਨਾਂ ਨੂੰ ਕਿੱਦਾਂ ਫਾਇਦਾ ਹੈ ਤੇ ਉਹ ਕਿੱਦਾਂ ਇਹਦਾ ਲਾਭ ਚੱਕ ਸਕਦੇ ਨੇ? ਸਭ ਤੋਂ ਪਹਿਲੀ ਗੱਲ ਹੈ ਕਿ ਜਿੰਨੀ ਵੀ PAU ਦੀਆਂ ਪ੍ਰਕਾਸ਼ਨਾਵਾਂ ਹੈ, ਜਿੰਨੀ ਵੀ ਪਬਲੀਕੇਸ਼ਨਸ ਹੈਗੀਆਂ, ਉਹ ਬਹੁਤ ਸਾਲਾਂ ਦੇ ਰਿਸਰਚ ਤੋਂ ਬਾਅਦ ਛਪਦੀਆਂ ਬਣਦੀਆਂ। ਬਹੁਤ ਸਾਰੇ ਉਹਦੇ ਮੈਨੂਸਕ੍ਰਿਪਟਸ ਨਿਕਲਦੇ ਆ, ਐਡੀਟਿੰਗ ਹੁੰਦੀ ਹੈ ਐਂਡ ਕਿੰਨੇ ਲੈਵਲਸ ਤੇ ਕਰੈਕਸ਼ਨਸ ਹੁੰਦੀ ਹੈ, ਜਿਸ ਤੋਂ ਬਾਅਦ ਕੀ ਇੱਕ ਪਬਲੀਕੇਸ਼ਨ ਬਣਦੀ ਹੈ। ਸਭ ਤੋਂ ਜ਼ਰੂਰੀ ਇਸ ਟਾਈਮ ਦੇ ਉੱਤੇ ਜਿਹੜਾ ਅਸੀਂ ਫੋਕਸ ਕਿਸਾਨਾਂ ਨਾਲ ਕਰ ਰਹੇ ਹਾਂ ਉਹ ਆ ਹੈ ਕਿ ਤੁਸੀਂ PAU ਦੇ ਨਾਲ ਜੁੜੋ ਥਰੂ ਸਾਡੀ ਜਿਹੜੀ ਮੰਥਲੀ ਮੈਗਜ਼ੀਨ ਹੈ ਚੰਗੀ ਖੇਤੀ। ਹੁਣ ਇਹਦੇ ਵਿੱਚ ਇਹ ਜਿਹੜੀ ਮੈਗਜ਼ੀਨ ਹੈਗੀ ਹੈ, ਇਟ ਇਜ਼ ਲਾਈਕ ਜਿਵੇਂ ਆਪਾਂ ਕਹਿੰਦੇ ਕਿ ਕਿਸਾਨਾਂ ਵਾਸਤੇ ਇਹ ਇੱਕ ਗ੍ਰੰਥ ਹੈ, ਕਿਉਂਕਿ ਇਸ ਦੇ ਵਿੱਚ ਜਿੰਨੇ ਵੀ ਖੇਤੀ ਰੁਝੇਵੇਂ ਹੈ ਅਗਲੇ ਮਹੀਨੇ ਦੇ, ਆਉਣ ਵਾਲੇ ਮਹੀਨੇ ਦੇ, ਨੈਕਸਟ ਮੰਥ ਦੇ, ਉਹ ਸਾਰੇ ਇਸ ਵਿੱਚ ਡਿਟੇਲ 'ਚ ਦਿੱਤੇ ਹੋਣਗੇ। ਕਿਹੜੀ ਦਵਾਈ ਵਰਤਣੀ ਹੈ, ਕਿਹੜੀ ਵੈਰਾਈਟੀ ਲਗਾਉਣੀ ਹੈ, PAU ਦੇ ਕਿਹੜਾ ਰეკਮੈਂਡਡ ਟੈਕਨੀਕ ਹੈਗਾ ਜਿਹੜਾ ਫਾਰਮਰਸ ਨੂੰ ਫੋਲੋ ਕਰਨਾ ਚਾਹੀਦਾ ਹੈ। ਕੋਈ ਵੀ ਫਾਰਮਰ ਜੇ ਇਸ ਦੇ ਵਿੱਚ ਜੋ ਲਿਖਿਆ ਹੈ A to Z ਜੇ ਫੋਲੋ ਕਰਦਾ ਹੈ ਤਾਂ 100% ਜਿੱਦਾਂ ਆਪਾਂ ਗੱਲ ਕਰ ਰਹੇ ਹਾਂ, ਨਾ ਸਿਰਫ ਪ੍ਰੋਡਕਟਿਵਿਟੀ ਯੀਲਡ ਵੱਧਦੀ ਹੈ, ਆਲਸੋ ਤੁਹਾਡਾ ਇਨਕਮ ਲੈਵਲ ਵੀ ਵੱਧਦਾ ਹੈ। ਐਂਡ ਸੈਕੰਡਲੀ ਜਿੱਦਾਂ ਹੁਣ PAU ਦੀ ਜਿਹੜੀ ਮੇਨ ਫੋਕਸ ਹੈ ਉਹ ਹੈਗਾ ਸਸਟੇਨੇਬਲ ਐਗਰੀਕਲਚਰ, ਉਹਦੀ ਬਹੁਤ ਜ਼ਰੂਰੀ ਹੈ ਵਾਤਾਵਰਣ ਨੂੰ ਬਚਾਉਣਾ। ਸੋ ਸਾਡੇ ਜਿਹੜੇ 200 ਟਾਈਟਲ ਹੈ ਉਹ ਸਿਰਫ ਔਰ ਸਿਰਫ ਕਿਸਾਨਾਂ ਦੇ ਹਿੱਕ ਦੇ ਵਿੱਚ ਹੈ ਐਂਡ ਕਾਸਟ ਇਹਨਾਂ ਦੀ ਬਹੁਤ ਹੀ ਘੱਟ ਹੈ। ਨੋ ਪ੍ਰੋਫਿਟ ਨੋ ਲਾਸ ਛੱਡ ਕੇ ਯੂਨੀਵਰਸਿਟੀ ਨੂੰ ਲਾਸ ਹੁੰਦਾ ਇਹਨੂੰ ਬਣਾਉਣ ਦੇ ਵਿੱਚ, ਬਟ ਸਟਿਲ ਸਾਡਾ ਇਹ ਤਵੱਜੋ ਹੈ ਕਿ ਫਾਰਮਰਸ ਤੱਕ ਮੈਕਸਿਮਮ ਇਹ ਕਿਤਾਬਾਂ ਪਹੁੰਚਣ ਤਾਂ ਜੋ ਉਹ ਆਪਣੀ ਇਨਕਮ ਵੀ ਵਧਾਉਣ, ਆਪਣੀ ਖੇਤੀ ਦਾ ਲੈਵਲ ਵੀ ਉੱਚਾ ਕਰਨ। ਸੋ ਜਿਹੜੀ ਚੰਗੀ ਖੇਤੀ ਹੈਗੀ ਹੈ ਮੰਥਲੀ ਮੈਗਜ਼ੀਨ, ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਹਰ ਫਾਰਮਰ ਇਸ ਦੇ ਨਾਲ ਜੁੜੇ। ਇਹਦੀ ਕਾਸਟ ਬਹੁਤ ਥੋੜੀ ਹੈ, 200 ਰੁਪਏ ਤੁਸੀਂ ਦਿੰਦੇ ਹੋ ਤੇ ਤੁਸੀਂ ਈਅਰਲੀ ਮੈਂਬਰ ਬਣਦੇ ਹੋ। ਈਅਰਲੀ ਮੈਂਬਰ ਬਣਨ ਨਾਲ ਤੁਹਾਡੇ ਘਰ ਹਰ ਮਹੀਨੇ ਇਹ ਮੈਗਜ਼ੀਨ ਪਹੁੰਚਦਾ ਹੈ ਐਂਡ ਅਕੋਰਡਿੰਗਲੀ ਤੁਸੀਂ ਆਪਣੇ ਫਾਰਮਿੰਗ ਆਪਰੇਸ਼ਨਸ ਪਲਾਨ ਕਰ ਸਕਦੇ ਹੋ। ਮੈਂਬਰ ਬਣਨ ਲਈ ਜਦੋਂ ਤੁਸੀਂ ਇਸ ਵਿੱਚ ਦੇਖ ਰਹੇ ਹੈਗੇ ਹੋ, ਤੁਹਾਡੇ ਕੋਲ ਕੈਸ਼ ਵੀ ਅਸੀਂ ਲੈਂਦੇ ਹਾਂ, ਰਸੀਦ ਕੱਟਦੇ ਹਾਂ, ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੈਗੇ ਹੋ। ਯੂ ਕੈਨ ਈਵਨ ਸਾਨੂੰ ਡਰਾਫਟ ਵੀ ਆਪਣਾ ਦੇ ਸਕਦੇ ਹੈਗੇ ਹੋ ਐਂਡ ਸਾਰਾ ਪ੍ਰੋਸੈਸ ਬਹੁਤ ਸਿੰਪਲ ਹੈ। ਜਿੱਦਾਂ ਮੈਂ ਪਹਿਲਾਂ ਵੀ ਕਿਹਾ ਕਿ ਅਸੀਂ ਇੱਥੇ ਤੱਕ ਚੱਲ ਕੇ ਫਾਰਮਰਸ ਤੱਕ ਆਉਂਦੇ ਹਾਂ, ਸਾਡੀ ਇਹ ਵਾਪਸ ਅਸੀਂ ਚਾਹੁੰਦੇ ਹਾਂ ਕਿ ਸਾਡੀ ਗੱਲ ਮੰਨ ਕੇ ਸਾਡੇ ਨਾਲ ਫਾਰਮਰਸ ਜੁੜਨ ਤਾਂ ਜੋ ਲਾਹੇਵੰਦ ਖੇਤੀ ਹੋਵੇ ਤੇ PAU ਤੇ ਫਾਰਮਰਸ ਦੋਨੋਂ ਇਕੱਠੇ ਮਿਲ ਕੇ ਚੱਲਣ ਤੇ ਤਰੱਕੀ ਵੱਲ ਵਧਣ। ਤੇ ਮੈਮ PAU ਵੱਲੋਂ ਫਾਰਮਰਸ ਦੇ ਰਿਲੇਟਡ ਮਤਲਬ ਕਿੱਦਾਂ ਉਹਨਾਂ ਦੀ ਮਦਦ ਕੀਤੀ ਜਾਂਦੀ ਹੈ ਫॉर द ਪਬਲੀਕੇਸ਼ਨਸ? ਰਾਈਟ ਮੈਮ ਓਵਰਆਲ
ਸੀ ਓਵਰਆਲ ਜਿੱਦਾਂ ਹੁਣ ਤੁਸੀਂ ਅੱਜ ਦੇਖ ਰਹੇ ਹੋ ਫੀਲਡ ਡੇ ਲਗਾਇਆ ਗਿਆ ਹੈ, ਇਟ ਇਜ਼ ਐਨ ਐਕਸਟੈਂਸ਼ਨ ਐਕਟੀਵਿਟੀ। ਸਾਡਾ ਬੇਸਿਕ ਲਾਈਕ ਰਿਸਰਚ ਐਂਡ ਐਕਸਟੈਂਸ਼ਨ ਦੋ ਮੇਨ ਚੀਜ਼ਾਂ ਹੈ ਜੋ PAU ਫੋਕਸ ਕਰਦੀ ਹੈ। ਇੱਦਾਂ ਦੇ ਫੀਲਡ ਵਿਜ਼ਿਟਸ, ਫੀਲਡ ਡੇਜ਼ ਜਿਹੜੇ ਆਪਾਂ ਲਗਾਉਂਦੇ ਹਾਂ, ਅੱਜ ਮੱਕੀ ਦੇ ਉੱਤੇ ਸੀ, ਦਿਸ ਇਜ਼ ਆਲ ਥੀਜ਼ ਆਰ ਗੇਅਰਡ ਟੂਵਰਡਸ, ਜਿਹਨੂੰ ਆਪਾਂ ਕਹਿੰਦੇ ਹਾਂ ਕਿ ਕਿਸਾਨਾਂ ਤੱਕ ਵੱਧ ਤੋਂ ਵੱਧ ਰਾਈਟ ਰਿਕਮੈਂਡਡ ਇਨਫੋਰਮੇਸ਼ਨ ਐਂਡ ਟੈਕਨੀਕਸ ਪਹੁੰਚਣ, ਤਾਂ ਕਿ ਫਿਰ ਉਹ ਆਪਣੀ ਖੇਤੀ ਨੂੰ ਲਾਹੇਵੰਦ ਬਣਾਉਣ। ਲਾਈਕ ਇਹ ਦਿਸ ਇਜ਼ ਲਾਈਕ ਇਹਨੂੰ ਆਪਾਂ ਕਹੀਦਾ, ਜਿਵੇਂ ਅੰਗਰੇਜ਼ੀ 'ਚ ਕਹੇ ਕਿ ਸਟਰੈਂਥਨਿੰਗ ਆਫ ਦੀ ਐਕਸਟੈਂਸ਼ਨ ਆਰਮ ਆਫ PAU। ਠੀਕ ਹੈ, ਬਿਕਾਜ਼ ਜੋ ਰਿਸਰਚ ਹੁੰਦੀ ਹੈ ਉਹ ਯੂਨੀਵਰਸਿਟੀ 'ਚ ਨਹੀਂ ਰਹਿਣੀ ਚਾਹੀਦੀ, ਉਹ ਫਾਰਮਰਸ ਦੇ ਖੇਤ ਤੱਕ ਆਉਣੀ ਚਾਹੀਦੀ ਹੈ। ਸੋ ਬੇਸਿਕਲੀ ਇਹ ਫੀਲਡ ਡੇਜ਼ ਦਾ ਵੀ ਆਹੀ ਮਤਲਬ ਹੈ, ਐਗਜ਼ੀਬਿਸ਼ਨਸ ਦਾ ਵੀ ਆਹੀ ਮਤਲਬ ਹੈ। ਸਾਡੇ ਜਿੰਨੇ ਵੀ ਚੈਨਲਸ ਹੈ, ਚਾਹੇ 1-to-1 ਪਰਸਨਲ ਵਿਜ਼ਿਟ ਚੈਨਲ ਹੈ, ਚਾਹੇ ਆਨਲਾਈਨ ਹੈ, ਫੇਸਬੁੱਕ ਹੈ, YouTube ਹੈ, ਇਹਨਾਂ ਸਭ ਦੇ ਥਰੂ ਫਾਰਮਰ ਸਾਡੇ ਨਾਲ ਜੁੜਨ, ਕਿਤਾਬਾਂ ਦੇ ਨਾਲ ਸਾਡੇ ਥਰੂ ਸਾਡੇ ਨਾਲ ਜੁੜਨ, ਉੱਥੇ ਆ ਕੇ ਸਾਡੇ ਨਾਲ ਗੱਲਬਾਤ ਕਰਨ। ਅਸੀਂ ਆਉਂਦੇ ਹਾਂ ਟ੍ਰੇਨਿੰਗ ਕੈਂਪਸ ਲਗਾਉਣ। ਸੋ ਜਿੰਨੀ ਦੇਰ ਅਸੀਂ ਕਿਸਾਨ ਸਾਡੇ ਨਾਲ ਨਹੀਂ ਜੁੜਦੇ, ਅਸੀਂ ਹੱਥ ਫੜਾਉਂਦੇ ਹਾਂ ਉਹਨਾਂ ਨੂੰ, ਸਾਡਾ ਹੱਥ ਫੜਨਾ ਬਹੁਤ ਜ਼ਰੂਰੀ ਹੈ, ਤਾਂ ਹੀ ਆਪਾਂ ਪੰਜਾਬ ਨੂੰ ਅੱਗੇ ਵਧਾ ਸਕਦੇ ਹਾਂ। ਥੈਂਕ ਯੂ। ਤੇ ਹੁਣ ਸਾਡੇ ਵਿੱਚ ਮੌਜੂਦ ਨੇ KK ਗਿੱਲ ਮੈਮ, ਜੋ ਕਿ PAU ਦੇ ਮਤਲਬ ਵੈਦਰ ਵਗੈਰਾ ਅਪਡੇਟਸ ਵੀ ਸਾਨੂੰ ਦਿੰਦੇ ਰਹਿੰਦੇ ਆ ਰੈਗੂਲਰ। ਤੇ ਹੁਣ ਅਸੀਂ ਇਹਨਾਂ ਨਾਲ ਪੁੱਛਾਂਗੇ ਕਿ ਸਾਨੂੰ ਇਹਨਾਂ ਨੇ ਕਿਸਾਨਾਂ ਨੂੰ ਜਿਹੜੇ ਵੈਦਰ ਦੇ ਅਪਡੇਟਸ ਦਿੱਤੇ ਨੇ ਤੇ ਉਹਦੇ ਨਾਲ ਕਿਸਾਨਾਂ ਨੂੰ ਕੀ ਫਾਇਦਾ ਹੋਏਗਾ। ਤੇ ਮੈਮ ਤੁਸੀਂ ਜਿਹੜੇ ਅੱਜ ਕਿਸਾਨਾਂ ਨੂੰ ਵੈਦਰ ਦੇ ਅਪਡੇਟਸ, ਜਿਹੜੀ ਹੁਣ ਉਹਨਾਂ ਦੀ ਖੇਤੀ ਹੈ, ਜਿਹੜਾ ਉਹਨਾਂ ਨੇ ਹੁਣ ਕ੍ਰੌਪ ਜਿਹੜਾ ਬੀਜੀ ਹੈ, ਇਸ ਦੇ ਚੱਲਦੇ ਉਹਨਾਂ ਨੂੰ ਮੌਸਮ ਦੇ ਰਿਲੇਟਡ ਉਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆ ਸਕਦੀ? ਜਿਸ ਤਰ੍ਹਾਂ ਅੱਜ ਅਸੀਂ ਇੱਥੇ ਇੱਕ ਫੀਲਡ ਡੇ ਲਗਾਇਆ ਜਿਹੜਾ ਪਿੰਡ ਬੀਲਾਂ ਦੇ ਵਿੱਚ ਹੈ ਨਾ, ਇਹ ਆਪਣੇ ਡਿਸਟ੍ਰਿਕਟ ਲੁਧਿਆਣੇ ਦੇ ਵਿੱਚ ਹੀ ਪੈਂਦਾ। ਤਾਂ ਅਸੀਂ ਮੇਨਲੀ ਇਹਦੇ ਵਿੱਚ ਅੱਜ 2-3 ਹੋਰ ਸਾਇੰਟਿਸਟ ਵੀ ਆਪਣੇ ਨਾਲ ਇਨਵੋਲਵ ਕੀਤੇ ਸੀਗੇ, ਜਿਸ ਤਰ੍ਹਾਂ ਕਿ ਮੱਕੀ ਦੇ ਸਾਇੰਟਿਸਟ ਨੇ, ਝੋਨੇ ਦੇ ਸਾਇੰਟਿਸਟ ਨੇ, ਤੇ ਕੁਝ ਐਕਸਟੈਂਸ਼ਨ ਸਪੈਸ਼ਲਿਸਟ ਨੇ, ਤੇ ਮੈਂ ਐਜ਼ ਅ ਮੌਸਮ ਮਤਲਬ ਐਕਸਪਰਟ ਇਹਦੇ ਵਿੱਚ ਅਸੀਂ ਸ਼ਿਰਕਤ ਕੀਤੀ। ਸੋ ਇਹਦੇ ਵਿੱਚ ਅਸੀਂ ਦੇਖਿਆ ਕਿ ਜਿਹੜੇ ਕਿਸਾਨ ਵੀਰਾਂ ਦਾ ਕੀ ਰਿਸਪੌਂਸ ਹੈ ਯੂਨੀਵਰਸਿਟੀ ਦੇ ਰਿਲੇਟਡ, ਹੈ ਨਾ। ਬਾਕੀ ਅਸੀਂ ਉਹਨਾਂ ਨੇ ਹਰ ਵਿਗਿਆਨੀ ਨੇ ਆਪਣਾ, ਜਿਵੇਂ ਹੁਣ ਮੱਕੀ ਦਾ ਸੀਜ਼ਨ ਚੱਲ ਰਿਹਾ, ਉਹਦੇ ਵਿੱਚ ਅਗਰ ਕੋਈ ਪ੍ਰੋਬਲਮਸ ਆ ਰਹੀ ਹੈ, ਜਿਵੇਂ ਫਾਲ ਆਰਮੀ ਵਾਰਮ ਦੀ ਆ ਰਹੀ ਹੈ, ਉਹਦੇ ਬਾਰੇ ਉਹਨਾਂ ਨੇ ਕਿਸਾਨਾਂ ਨਾਲ ਸਾਰਾ ਡਿਸਕਸ ਕੀਤਾ। ਝੋਨੇ ਦੇ ਵਿੱਚ ਵੀ ਜਿਸ ਤਰ੍ਹਾਂ ਹੁਣ ਕੋਈ ਲੀਫ ਫੋਲਡਰ ਦੀ ਪ੍ਰੋਬਲਮ ਆ ਰਹੀ ਹੈ, ਜਾਂ DSR ਫਾਰਮਰਸ ਨੇ ਲਾਇਆ ਹੋਇਆ, ਜਿਹੜੇ ਵੀ ਕਿਸਾਨ ਵੀਰਾਂ ਨੇ ਆਪਣੀ ਕੋਈ ਕੁਐਰੀ ਹੈ ਉਹਦੇ ਬਾਰੇ ਸਾਰਾ ਡਿਸਕਸ ਹੋਇਆ। ਔਰ ਮੌਸਮ ਦੇ ਰਿਲੇਟਡ ਜਿਹੜਾ ਉਹ ਅਸੀਂ ਉਹਨਾਂ ਨੂੰ ਦੱਸਿਆ ਕਿ ਤੁਸੀਂ ਕਿਸ ਤਰ੍ਹਾਂ ਮੌਸਮ ਦੀ ਜਾਣਕਾਰੀ ਜਿਹੜੀ ਹੈ ਯੂਨੀਵਰਸਿਟੀ ਤੋਂ ਲੈ ਸਕਦੇ ਆ, ਤੇ ਯੂਨੀਵਰਸਿਟੀ ਕਿਵੇਂ ਜਿਹੜੀ ਜਾਣਕਾਰੀ ਹੈ ਤੁਹਾਡੇ ਤੱਕ ਪਹੁੰਚਦੀ ਕਰਦੀ ਹੈ, ਡਿਫਰੈਂਟ ਜਿਹੜੇ ਵੱਖ-ਵੱਖ ਮਾਧਿਅਮ ਰਾਹੀਂ ਜਿਹੜੇ ਸਾਡੇ ਸੰਚਾਰ ਪ੍ਰਸਾਰ ਹੈਗੇ ਨੇ ਸਾਧਨ, ਉਹਨਾਂ ਰਾਹੀਂ ਅਸੀਂ ਕਿਵੇਂ ਉਹਨਾਂ ਤੱਕ ਪਹੁੰਚਦੇ ਹਾਂ। WhatsApp ਗਰੁੱਪ ਹੈਗੇ ਨੇ, ਹੈ ਨਾ, ਜਾਂ SMS ਹੈਗਾ, ਜਾਂ ਸਾਡੀ ਐਪ ਹੈਗੀ ਹੈ। ਤੇ ਦੂਸਰੀ ਇਹਨਾਂ ਨੂੰ ਸਭ ਤੋਂ ਵੱਡੀ ਅਸੀਂ ਇਨਫੋਰਮੇਸ਼ਨ ਦਿੱਤੀ ਹੈ ਕਿ ਜਿਹੜੇ ਭਾਰਤ ਮੌਸਮ ਵਿਗਿਆਨ ਵਿਭਾਗ ਵੱਲੋਂ ਐਪਸ ਜਾਰੀ ਕੀਤੀਆਂ ਗਈਆਂ, ਜਿਸ ਤਰ੍ਹਾਂ ਕਿ ਮੇਘਦੂਤ ਐਪ ਹੈ, ਮੌਸਮ ਐਪ ਹੈ, ਦਾਮਨੀ ਐਪ ਹੈ, ਜਾਂ PAU ਦੀ ਕਿਸਾਨ ਐਪ ਹੈ, ਉਹਦੇ ਵਿੱਚ ਉਹ ਕਿਸ ਤਰ੍ਹਾਂ ਜਿਹੜੀ ਜਾਣਕਾਰੀ ਹੈ ਉਹ ਲੈ ਸਕਦੇ ਆ। ਸੋ ਬੜਾ ਅੱਛਾ ਰਿਸਪੌਂਸ ਸਾਨੂੰ ਕਿਸਾਨਾਂ ਦਾ ਮਿਲਿਆ। ਅਸੀਂ 1-2 ਤੋਂ ਹੁਣ ਅਸੀਂ ਇਨਫੋਰਮੇਸ਼ਨ ਵੀ ਲਵਾਂਗੇ ਕਿ ਉਹ ਕਿਸ ਟਾਈਪ ਨਾਲ ਇਹਨੂੰ ਲੈ ਰਹੇ ਨੇ, ਤੇ ਬਾਕੀ ਉਹਨਾਂ ਨਾਲ ਅਸੀਂ ਹੁਣ ਹਮੇਸ਼ਾ ਮਤਲਬ ਜੁੜੇ ਰਵਾਂਗੇ ਤੇ ਉਹਨਾਂ ਤੋਂ ਫੀਡਬੈਕ ਲੈਂਦੇ ਰਵਾਂਗੇ। ਤੇ ਮੈਮ ਜਿਹੜਾ ਹੁਣ ਤੁਸੀਂ ਕਹਿੰਦੇ ਹੋ ਤੁਸੀਂ ਅੱਜ ਬੇਸਿਕਲੀ ਮੇਜ਼ ਦੀ ਗੱਲ ਕਰਨ ਆਏ ਹੋ, ਤਾਂ ਮੌਸਮ ਦੇ ਰਿਲੇਟਡ ਹੁਣ ਮੇਜ਼ ਲਗਾਉਣੀ, ਉਹਨਾਂ ਤੋਂ ਮੌਸਮ ਦਾ ਕੀ ਉਸ ਦੇ ਨਾਲ ਮਤਲਬ ਕੋਈ ਹੈਗਾ, ਇਹਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਏਗੀ? ਕਿਉਂਕਿ ਮੌਸਮ ਦਾ ਮੇਨਲੀ ਮੱਕੀ ਦਾ ਹੁੰਦਾ ਹੈ ਕਿ ਜਦੋਂ ਪਾਣੀ ਇਹਦੇ ਵਿੱਚ ਖੜਾ ਨਹੀਂ ਹੋਣਾ ਚਾਹੀਦਾ, ਕਿਉਂਕਿ ਮੱਕੀ ਜਿਹੜੀ ਆ ਜ਼ਿਆਦਾ ਪਾਣੀ ਸਹਾਰ ਨਹੀਂ ਸਕਦੀ। ਸੋ ਉਦੋਂ ਅਸੀਂ ਜ਼ਰੂਰ ਐਡਵਾਈਜ਼ਰੀ ਇਸ਼ੂਜ਼ ਕਰਦੇ ਰਹੇ ਹਾਂ ਫਾਰਮਰਸ ਨੂੰ ਕਿ ਤੁਸੀਂ ਮੱਕੀ 'ਚ ਪਾਣੀ ਖੜਾ ਨਾ ਹੋਣ ਦਿਓ, ਜਿੱਥੇ ਵੀ ਹੈ ਇਹਦਾ ਨਿਕਾਸ ਜ਼ਰੂਰ ਕਰੋ। ਬਾਕੀ ਜੋ ਉਹਦੇ ਵਿੱਚ ਹੋਰ ਜਿਹੜੀਆਂ ਕੋਈ ਪ੍ਰੋਬਲਮਸ ਆ ਰਹੀਆਂ ਨੇ, ਜਾਂ ਕਿਸ ਤਰ੍ਹਾਂ ਉਹਦੀ ਉਹ ਗਰੋਥ ਹੈ ਜਾਂ ਡਿਵੈਲਪਮੈਂਟ ਹੈ, ਉਹਦੇ ਬਾਰੇ ਇੱਥੇ ਇੱਕ ਸਾਇੰਟਿਸਟ ਆਏ ਹੋਏ ਨੇ, ਤੇ ਆਪਾਂ ਉਹਨਾਂ ਨਾਲ ਗੱਲ ਕਰ ਸਕਦੇ ਹਾਂ। ਸਾਡੇ ਵਿੱਚ ਕੁਝ ਕਿਸਾਨ ਵੀ ਨੇ, ਤੇ ਇਹਨਾਂ ਤੋਂ ਅੱਜ ਆਪਾਂ ਥੋੜਾ ਜਿਹਾ ਫੀਡਬੈਕ ਲਵਾਂਗੇ ਕਿ ਜੋ ਇਹਨਾਂ ਨੂੰ ਅੱਜ ਦੱਸਿਆ ਗਿਆ ਹੈ, ਜੋ ਇਨਫੋਰਮੇਸ਼ਨ ਦਿੱਤੀ ਗਈ ਹੈ, ਇਹਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਇਆ ਹੈ ਕਿ ਨਹੀਂ ਹੋਇਆ। ਤੇ ਸਰ ਤੁਹਾਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਜੋ ਤੁਹਾਨੂੰ ਅੱਜ ਮੈਡਮ ਤੇ ਸਰ ਨੇ ਦੱਸਿਆ? ਹਾਂਜੀ, ਜਿਹੜਾ ਅੱਜ ਦਾ ਕੈਂਪ ਲੱਗਿਆ ਇਹ ਬਹੁਤ ਵਧੀਆ। ਸਾਨੂੰ ਮੱਕੀ ਦੇ ਬਾਰੇ, ਸੁੰਡੀ ਬਾਰੇ ਇਹਨਾਂ ਮੈਡਮ ਜੀ ਨੇ ਦੱਸਿਆ ਬਹੁਤ ਵਧੀਆ ਵਿਸਤਾਰ ਨਾਲ, ਵੀ ਪਹਿਲਾਂ ਸ਼ੁਰੂ ਤੋਂ ਲੈ ਕੇ ਜਦੋਂ ਆਂਡੇ ਦਿੰਦੀ ਆ ਸੁੰਡੀ, ਉਦੋਂ ਤੋਂ ਲੈ ਕੇ ਕੰਟਰੋਲ ਕਰੋਗੇ ਤਾਂ ਤੁਹਾਡਾ ਖਰਚਾ ਘੱਟ ਆਊਗਾ ਤੇ ਤੁਹਾਡੀ ਫਸਲ ਵੀ ਵਧੀਆ ਰਹੂਗੀ। ਤੇ ਬਹੁਤ ਵਧੀਆ ਇਹਨਾਂ ਨੇ ਵਿਸਤਾਰ ਨਾਲ ਸਾਨੂੰ ਸਮਝਾਇਆ। ਤੇ ਬਾਕੀ ਦੂਜੇ ਮੈਡਮਾਂ ਨੇ ਵੀ ਵਧੀਆ ਝੋਨੇ ਬਾਰੇ ਵੀ ਦੱਸਿਆ, ਡਾਕਟਰ ਸਾਹਿਬ ਨੇ, ਤੇ ਬਹੁਤ ਵਧੀਆ ਅੱਜ ਦਾ ਕੈਂਪ ਦਾ ਵਧੀਆ। ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ, ਇਹਨੇ ਬਹੁਤ ਜਾਣਕਾਰੀਆਂ ਵਧੀਆ ਦਿੱਤੀਆਂ ਫਸਲਾਂ ਬਾਰੇ। ਤੇ ਇਸ ਮੌਕੇ ਤੇ ਸਾਡੇ ਨਾਲ ਮੈਡਮ ਸੁਰਿੰਦਰ ਸੰਧੂ ਵੀ ਮੌਜੂਦ ਨੇ, ਜੋ ਕਿ ਇੰਚਾਰਜ ਨੇ ਮੇਜ਼ ਗਰੁੱਪ ਦੇ PAU ਤੋਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਕਿ ਉਹ ਮੇਜ਼ ਬਾਰੇ ਸਾਨੂੰ ਥੋੜੀ ਜਾਣਕਾਰੀ ਦੇਣ। ਤੇ ਮੈਮ ਤੁਸੀਂ ਸਾਨੂੰ ਦੱਸੋ ਥੋੜਾ ਜਿਹਾ। ਥੈਂਕ ਯੂ ਮੈਮ।
ਅਸੀਂ ਹੁਣ ਜਿੱਦਾਂ ਆਪਣਾ ਇਸ ਫਸਲੀ ਚੱਕਰ ਦੇ ਬਦਲ ਦੇ ਵਿੱਚ ਅਸੀਂ ਚਾਹੁੰਦੇ ਹਾਂ ਕਿ ਵੀ ਝੋਨੇ ਦਾ ਕੁਝ ਰਕਬਾ ਬਦਲ ਕੇ ਮੱਕੀ ਥੱਲੇ ਆ ਜਾਵੇ। ਸੋ ਉਹਦੇ ਉਪਰਾਲੇ ਦੇ ਵਿੱਚ ਹੀ ਇੱਥੇ ਇਕੱਠੇ ਹੋਏ ਸੀ, ਫਾਰਮਰਸ ਨੂੰ ਐਡਰੈਸ ਕੀਤਾ ਸੀ। ਜੋ ਅਸੀਂ ਦੇਖ ਹੀ ਰਹੇ ਹਾਂ, ਜੋ ਸਾਡੇ ਪੰਜਾਬ ਦੇ ਵਿੱਚ ਪਾਣੀ ਦੇ ਹਾਲਾਤ ਹੈ, ਲਗਾਤਾਰ ਆਪਣਾ ਪਾਣੀ ਦਾ ਸਤਰ ਨੀਚੇ ਜਾ ਰਿਹਾ, ਉਹਦੇ ਵਿੱਚ ਮੱਕੀ ਇੱਕ ਬਹੁਤ ਹੀ ਢੁਕਵਾਂ ਡਾਇਵਰਸੀਫਿਕੇਸ਼ਨ ਪਲਾਨ ਦੇ ਅੰਦਰ ਆਉਂਦਾ। ਤੇ ਇੱਥੇ ਅਸੀਂ ਫਾਰਮਰਸ ਨੂੰ ਕੋਸ਼ਿਸ਼ ਕਰ ਰਹੇ ਹਾਂ ਕਿ ਵੀ ਉਹ ਜਿਹੜੇ ਨਵੇਂ ਹਾਈਬ੍ਰਿਡ ਰਿਲੀਜ਼ ਕੀਤੇ ਗਏ ਆ, ਕਿਉਂਕਿ ਜੇ ਅਸੀਂ ਝੋਨੇ ਤੇ ਮੱਕੀ ਦਾ ਉੱਦਾਂ ਜੇ ਅਸੀਂ ਦੇਖੀਏ ਕਿ ਇਕਨੋਮਿਕ ਰਿਟਰਨਸ ਹੈ ਤੇ ਪ੍ਰਤੀ ਹੈਕਟੇਅਰ ਤਕਰੀਬਨ 17,000 ਰੁਪਏ ਦਾ ਡਿਫਰੈਂਸ ਰਹਿ ਜਾਂਦਾ ਜੇ ਅਸੀਂ ਅੱਜ ਦੀ ਜਿਹੜੀ ਮੇਜ਼ ਦੀ ਪ੍ਰੋਡਕਟਿਵਿਟੀ 15 ਕੁਇੰਟਲ ਪ੍ਰਤੀ ਏਕੜ ਹੀ ਆਉਂਦੀ ਹੈ। ਸੋ ਇਹ ਹੈਗਾ ਕਿ ਫਾਰਮਰਸ ਨੂੰ ਇਸ ਗੱਲੋਂ ਜ਼ਿਆਦਾ ਕਿਹਾ ਗਿਆ ਕਿ ਤੁਸੀਂ ਐਟਲੀਸਟ ਨਵੇਂ ਹਾਈਬ੍ਰਿਡ ਜਿਹੜੇ PAU ਵੱਲੋਂ ਰਿਕਮੈਂਡ ਕੀਤੇ ਗਏ ਆ ਜਾਂ ਹੋਰ ਜਿਹੜੇ ਚੰਗੇ ਹਾਈਬ੍ਰਿਡ ਹੈ, ਜੇ ਉਹਨਾਂ ਦਾ ਔਸਤਨ ਝਾੜ 20 ਤੋਂ 22 ਕੁਇੰਟਲ ਤੱਕ ਆਉਂਦਾ ਤਾਂ ਹੀ ਆਪਣੀ ਮੱਕੀ ਦਾ ਆਪਾਂ ਨੂੰ ਪੈਦਾਵਾਰ ਦੀ ਇੰਨੀ ਆਉਂਦੀ ਹੈ ਤੇ ਤਾਂ ਹੀ ਲਾਹੇਵੰਦ ਹੋ ਸਕਦੀ ਹੈ। ਉੱਪਰੋਂ ਇਹ ਵੀ ਹੈਗਾ ਕਿ ਬਈ ਮੱਕੀ ਦੇ ਵਿੱਚ ਜੇ ਅਸੀਂ ਦੇਖੀਏ ਕਿ ਇਨੀਸ਼ੀਅਲੀ ਸਾਨੂੰ ਗਵਰਨਮੈਂਟ ਦੀਆਂ ਪਾਲਿਸੀਜ਼ ਨੂੰ ਵੀ ਥੋੜਾ ਜਿਹਾ ਇਨੀਸ਼ੀਅਲੀ ਸਪੋਰਟ ਕਰਨਾ ਪੈਣਾ, ਕਿਉਂਕਿ ਜਿਹੜੀ ਮੱਕੀ ਦੇ ਲਈ ਜਿਹੜੀਆਂ ਫਾਰਮਰ ਦੀਆਂ ਇਨਪੁਟਸ ਆ ਉਹਨਾਂ ਦੀ ਆਪਣੀ ਜਿਹੜਾ ਟਾਈਮ ਡਿਵੋਟ ਕਰਨਾ ਉਹਨਾਂ ਨੇ ਝੋਨੇ ਨਾਲੋਂ ਜ਼ਿਆਦਾ ਆ। ਹਰ ਚਾਹੇ ਉਹ ਮੱਕੀ ਦੀ ਬਿਜਾਈ ਵੇਲੇ ਆ, ਜੇ ਉੱਥੇ ਮੀਂਹ ਜ਼ਿਆਦਾ ਆ ਗਿਆ ਤਾਂ ਵੀ ਉਹਨਾਂ ਨੂੰ ਮੱਕੀ ਦਾ ਪਾਣੀ ਵੀ ਖੇਤ 'ਚੋਂ ਕੱਢਣਾ ਪੈਣਾ ਆ, ਜੇ ਜ਼ਿਆਦਾ ਬਾਰਿਸ਼ਾਂ ਆ ਗਈਆਂ ਤਾਂ ਵੀ ਜਦੋਂ ਮੱਕੀ ਦੀ ਫਸਲ ਪੱਕ ਗਈ ਉਹਨੂੰ ਪੰਛੀਆਂ ਤੋਂ ਬਚਾਉਣ ਲਈ, ਜਦਕਿ ਝੋਨੇ ਦੇ ਵਿੱਚ ਉਹ ਥੋੜੇ ਬੇਫਿਕਰੀ ਨਾਲ ਪ੍ਰੋਪਰ ਪੂਰਾ ਮੈਕਨਾਈਜ਼ ਹੈ, ਜਦਕਿ ਮੱਕੀ ਦੇ ਵਿੱਚ ਇੱਕ ਕਿਸਾਨ ਨੂੰ ਆਪ ਜੁੜਨਾ ਪੈਣਾ ਨਾਲ। ਸੋ ਉਹਦੇ ਇਨੀਸ਼ੀਅਲੀ ਉਹਨੂੰ ਇਸ ਫਸਲ ਦੇ ਵੱਲ ਕਿਸਾਨ ਦਾ ਝੁਕਾਅ ਲਿਆਉਣ ਲਈ ਇਹ ਬੜਾ ਜ਼ਰੂਰੀ ਹੈ ਕਿ ਅਸੀਂ ਉਹਨੂੰ ਕੁਝ ਜਿੱਦਾਂ ਐਤਕੀ ਇਹ ਹੋਇਆ ਸੀਗਾ ਕਿ ਵੀ ਜਦੋਂ ਜਿਹੜਾ ਵੀ ਕਿਸਾਨ ਮੱਕੀ ਦਾ ਸੀਡ ਖਰੀਦੇਗਾ ਉਹਨੂੰ 50% ਸਬਸਿਡਾਈਜ਼ ਦਿੱਤਾ ਸੀ। ਉਹ ਇੱਕ ਅੱਛਾ ਉਪਰਾਲਾ ਸੀਗਾ। ਉੱਪਰੋਂ ਇੱਕ ਜਿਹੜੀ ਹੁਣ ਉਹਦਾ MSP ਦੀ ਗੱਲ ਕਰੀਏ, ਚਲੋ ਹੁਣ ਚਾਹੇ ਫਾਰਮ ਲਾਜ਼ ਦੇ ਅੰਡਰ ਹੈ ਬਟ ਸਟਿਲ ਫਾਰਮਰਸ ਇਸ ਕਰਕੇ ਵੀ ਜਾਣਦੇ ਆ ਕਿ ਉਹਨਾਂ ਨੂੰ ਉੱਥੇ ਇਸ਼ੋਰਡ ਪ੍ਰਾਈਸਿੰਗ ਹੈਗੀ ਹੈ, ਉਹਨਾਂ ਨੂੰ ਪਤਾ ਹੈ ਕਿ ਸਾਨੂੰ ਇੰਨੇ ਪੈਸੇ ਮਿਲ ਜਾਣੇ ਆ। ਜਦਕਿ ਜੇ ਅਸੀਂ ਮੱਕੀ ਦਾ ਪਿਛਲੇ 3 ਸਾਲਾਂ ਤੋਂ ਵੀ ਦੇਖੀ ਜਾਈਏ ਇੰਨੀ ਜ਼ਿਆਦਾ ਪ੍ਰਾਈਸ ਫਲਕਚੁਏਸ਼ਨ ਹੈ ਕਿ ਕਿਸੇ ਵੇਲੇ ਸਿਰਫ ਇੱਕ ਵਾਰੀ ਹੋਇਆ ਕਿ ਜਦੋਂ ਉਹਨਾਂ ਨੂੰ MSP ਦੇ ਨੇੜੇ ਤੇੜੇ ਮਿਲ ਗਿਆ ਕਿ ਲਾਈਕ 2,000 ਰੁਪਏ ਤੱਕ ਮਿਲ ਗਿਆ, ਉਦੋਂ ਵੀ ਇਹ ਸੀਗਾ ਕਿ ਬਿਹਾਰ ਦੇ ਵਿੱਚ ਫਾਲ ਆਰਮੀ ਦਾ ਬੜਾ ਅਟੈਕ ਸੀਗਾ, ਅਦਰਵਾਈਜ਼ ਉਧਰੋਂ ਆ ਜਾਂਦੀ ਹੈ ਮੱਕੀ ਤੇ ਆਪਣੇ ਫਾਰਮਰਸ ਨੂੰ ਰਿਟਰਨ ਨਹੀਂ ਮਿਲਦੀ। ਐਤਕੀ ਵੀ ਹੁਣ ਸਾਰੇ ਫਾਰਮਰਸ ਨੂੰ 1500-1600 ਰੁਪਏ ਤੋਂ ਜ਼ਿਆਦਾ ਰੇਟ ਨਹੀਂ। ਜੇ ਇਸ ਪਾ 'ਤੇ ਜੇ ਅਸੀਂ ਉਹਨੂੰ ਪੋਲਿਸੀ ਸਪੋਰਟ ਨਹੀਂ ਮਿਲਦੀ ਪਈ, ਜੇ ਉਹਨੂੰ ਆਪਣਾ MSP ਜਾਂ ਉਹਨੂੰ ਐਟਲੀਸਟ 18 ਤੋਂ 2,000 ਰੁਪਏ ਰੇਟ ਤੱਕ ਪ੍ਰਤੀ ਕੁਇੰਟਲ ਨਹੀਂ ਮਿਲਦਾ ਪਿਆ, ਤਾਂ ਉੱਦਾਂ ਦੇ ਵਿੱਚ ਅਸੀਂ ਮੱਕੀ ਨੂੰ ਐਜ਼ ਏ ਉਹਦਾ ਝੋਨੇ ਦਾ ਬਦਲਾਅ ਲੈ ਕੇ ਆਉਣਾ ਬਹੁਤ ਮੁਸ਼ਕਿਲ ਹੁੰਦਾ। ਸੋ ਇਹ ਜ਼ਰੂਰੀ ਹੈ ਕਿ ਐਟਲੀਸਟ ਇਨੀਸ਼ੀਅਲੀ ਫਾਰਮਰਸ ਇੱਕ ਸਪੋਰਟ ਮਿਲ ਜਾਏ ਤੇ ਇੱਕ ਸਾਡੀਆਂ ਟੈਕਨੋਲੋਜੀਜ਼ ਇੱਦਾਂ ਦੀਆਂ ਹੋਣ ਕਿ ਅਸੀਂ ਉਹਦੀ ਪੈਦਾਵਾਰ ਵਧਾ ਕੇ ਇਸ ਲੈਵਲ ਤੇ ਲੈ ਜਾਈਏ ਕਿ ਜਿਹੜੀ ਆਪਣੀ 15 ਕੁਇੰਟਲ ਪ੍ਰਤੀ ਏਕੜ ਦੀ ਪੈਦਾਵਾਰ ਹੈ ਉਹ ਸਾਡੀ 20-22 ਕੁਇੰਟਲ ਸਟੇਟ ਦੀ ਔਸਤਨ ਐਵਰੇਜ ਪਹੁੰਚ ਜਾਵੇ, ਫਿਰ ਅਸੀਂ ਝੋਨੇ ਨਾਲ ਕੰਪੀਟ ਕਰ ਪਾਵਾਂਗੇ। ਸੈਮੀਨਾਰ ਤੋਂ ਬਾਅਦ PAU ਦੀ ਟੀਮ ਵੱਲੋਂ ਕਿਸਾਨਾਂ ਦੇ ਨਾਲ ਫੀਲਡ ਵਿੱਚ ਜਾ ਕੇ ਵੀ ਕੁਝ ਗੱਲਬਾਤ ਕੀਤੀ ਗਈ ਤੇ ਇਸ ਤੋਂ ਬਾਅਦ ਜਿਹੜਾ ਹੈ ਕਿਸਾਨਾਂ ਦਾ ਵੀ ਫੀਡਬੈਕ ਲਿੱਤਾ ਗਿਆ ਤੇ ਤੁਸੀਂ ਵੀ ਦੇਖੋ ਕਿ ਕਿਸਾਨਾਂ ਨੇ ਖੇਤਾਂ ਵਿੱਚ ਜਾ ਕੇ ਕੀ ਦੱਸਿਆ ਕਿ ਉਹਨਾਂ ਨੂੰ ਇਹਨਾਂ ਦੇ ਸੈਮੀਨਾਰ ਤੋਂ ਕੀ ਦੇਖਣ ਨੂੰ ਮਿਲਿਆ, ਤੁਸੀਂ ਵੀ ਸੁਣੋ। ਪਤਾ ਲੱਗ ਜਾਂਦਾ ਵੀ ਮੌਸਮ ਕਦੋਂ ਖਰਾਬ ਆ ਜਾਂ ਬਾਰਿਸ਼ ਹੋਣ ਵਾਲੀ ਆ, ਉਸ ਦੇ ਅਕੋਰਡਿੰਗ ਹੀ ਸਾਰੇ ਕਿਸਾਨ ਭਰਾ ਆਪਣਾ ਜਿਵੇਂ ਕਿਸੇ ਨੇ ਸਪਰੇਅ ਕਰਨੀ ਆ ਉਹ ਥੋੜਾ ਪੋਸਟਪੋਨ ਕਰਕੇ ਅੱਗੇ ਕਰ ਲੈਂਦਾ ਵਾ, ਜਾਂ ਜਦੋਂ ਬਿਜਾਈ ਦਾ ਸਮਾਂ ਆਉਂਦਾ, ਜਦੋਂ ਢੁਕਵਾਂ ਸਮਾਂ ਆਉਂਦਾ ਤਾਂ ਜਦੋਂ ਬਾਰਿਸ਼ ਹੁੰਦੀ ਆ ਤਾਂ ਬਾਰਿਸ਼ ਹੋਣ ਤੋਂ ਬਾਅਦ ਉਹ ਆਪਣੀ ਬਿਜਾਈ ਟਾਈਮ ਸਿਰ ਬੀਜ ਟਾਈਮ ਸਿਰ ਕਰ ਸਕਦਾ ਵਾ। ਤੇ ਕਈ ਵਾਰੀ ਕੀ ਹੁੰਦਾ ਜੀ, ਜਦੋਂ ਯੂਰੀਆ ਲਾਉਣਾ ਜਾਂ ਕਿਸਾਨ ਨੇ ਜਾਂ ਕੋਈ ਖਾਦ ਪਾਉਣੀ ਆ ਤਾਂ ਇਹ ਚੀਜ਼ ਦਾ ਬਹੁਤ ਧਿਆਨ ਰੱਖਿਆ ਜਾਂਦਾ ਹੈ ਕਿ ਮੌਸਮ ਕਿੱਦਾਂ ਦਾ, ਕਿਉਂਕਿ ਜਦੋਂ ਬਾਰਿਸ਼ ਹੋਣ ਵਾਲੀ ਹੁੰਦੀ ਆ ਤਾਂ ਕਿਸਾਨ ਥੋੜਾ ਪਰਹੇਜ਼ ਕਰਦਾ ਵਾ ਉਸ ਤੋਂ। ਬਾਕੀ ਟਾਈਮ ਟੂ ਟਾਈਮ ਜਿਹੜਾ PAU ਵਾਲੇ ਖੇਤੀ ਸੰਦੇਸ਼ ਦੇ ਥਰੂ ਜਿਹੜਾ ਸਾਨੂੰ ਮੌਸਮ ਦੇ ਬਾਰੇ ਜਾਣਕਾਰੀ ਦਿੰਦੇ ਆ, ਪਿਛਲੇ ਲੰਬੇ ਸਮੇਂ ਤੋਂ ਦੇ ਰਹੇ ਨੇ, ਉਹਨਾਂ ਦਾ ਕਿਸਾਨ ਭਰਾ ਸਾਡੇ ਬਹੁਤ ਵਧੀਆ ਫਾਇਦਾ ਉਠਾ ਰਹੇ ਨੇ, ਜਿਨ੍ਹਾਂ ਦਾ ਕਿ ਹੁਣ ਤੁਸੀਂ ਪਿਛਲੇ ਥੋੜੇ ਦਿਨਾਂ ਤੁਸੀਂ ਦੇਖਿਆ ਸੀਗਾ ਕਿ ਜਿਹੜਾ ਕਿਸਾਨਾਂ ਨੇ ਆਪਣੀ ਪੈਸਟੀਸਾਈਡ ਜਾਂ ਇਨਸੈਕਟੀਸਾਈਡ ਦੀ ਜਿਹੜੀ ਸਪਰੇਅ ਕਰਨੀ ਸੀਗੀ ਫਸਲ ਤੇ, ਉਹਦੀ ਜਿਹੜੀ ਅਸੀਂ ਜਾਣਕਾਰੀ ਪਾਈ ਸੀ ਗਰੁੱਪ 'ਚ, ਤਾਂ ਉਹਦੇ ਥਰੂ ਕਿਸਾਨਾਂ ਨੇ ਆਪਣਾ ਜਿਹੜੀ ਸਪਰੇਅ ਸੀ ਉਹ ਪੋਸਟਪੋਨ ਕਰ ਦਿੱਤੀ ਤੇ ਹੁਣ ਉਸ ਤੋਂ ਬਾਅਦ ਉਹਨਾਂ ਨੇ ਆਪਣੀ ਸਪਰੇਅ ਕੀਤੀ ਆ, ਜਿਸ ਦਾ ਕਿ ਬਹੁਤ ਸੋਹਣਾ ਰਿਜ਼ਲਟ ਵੀ ਆ ਰਿਹਾ।